TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਤੱਕ ਇਕੱਠੇ ਚੱਲੀਏ। ਜੰਤਰ ਮੰਤਰ ਤੇ ਭੜਕਾਊ ਨਾਅਰੇ ਲਾਉਣ ਵਾਲਾ ਹਿੰਦੂ ਫੌਜ ਦਾ ਮੁਖੀ ਗ੍ਰਿਫਤਾਰ। ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚੱਲੇ ਘਸੁੰਨ ਮੁੱਕੀਆਂ ਅਤੇ ਦਸਤਾਰਾਂ ਵੀ ਲੱਥੀਆਂ। ਸਿੱਖ ਪਰਿਵਾਰ ਦਾ ਬਾਈਕਾਟ ਕਰਨ ਵਾਲੀ ਪੰਚਾਇਤ ਨੂੰ 5 ਪਿਆਰਿਆਂ ਨੇ ਸੁਣਾਈ ਧਾਰਮਿਕ ਸਜ਼ਾ। ਗੰਨੇ ਦੇ ਭਾਅ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ। ਸਿੰਘੂ ਸਰਹੱਦ ਤੇ ਹੋਵੇਗੀ ਕਬੱਡੀ ਲੀਗ। ਸੁਖਮੀਤ ਡਿਪਟੀ ਕਤਲकांड ਵਿੱਚ ਵੱਡਾ ਖੁਲਾਸਾ ਅਤੇ ਕੁਝ ਹੋਰ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ ਦੌਰਾਨ ਇਹ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇੱਧਰ ਨੂੰ ਵਧੀਆ ਵਿਸਥਾਰ ਨਾਲ ਤੁਹਾਡੇ ਨਾਲ ਇਹ ਸਭ ਕੁਝ ਸਾਂਝਾ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਪ੍ਰੋਗਰਾਮ ਵੇਖ ਤਾਂ ਲਿਆ ਪਰ ਲਾਈਕ ਕਰਨਾ ਭੁੱਲ ਗਏ, ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਤੇ ਆਓ ਹੁਣ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਦਿੱਲੀ ਭਾਰਤ ਦੀ ਰਾਸ਼ਟਰੀ ਰਾਜਧਾਨੀ ਹੈ। ਦਿੱਲੀ ਦੇ ਵਿੱਚ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਜੰਤਰ ਮੰਤਰ ਤੇ ਇੱਕ ਖਾਸ ਭਾਈਚਾਰੇ ਦੇ ਖਿਲਾਫ ਭੜਕਾਊ ਨਾਅਰੇ ਲੱਗੇ। ਉਹਨਾਂ ਦੇ ਖਿਲਾਫ ਜ਼ਹਿਰ ਉਗਲੀ ਗਈ ਤੇ ਇਸ ਮਾਮਲੇ ਦੇ ਵਿੱਚ ਦਿੱਲੀ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਨੀ ਉਪਾਧਿਆਏ ਸਮੇਤ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੇ ਜਾਣ ਦੀ ਖਬਰ ਮਿਲੀ ਹੈ। ਅਸਲ ਦੇ ਵਿੱਚ ਸ਼ੁੱਕਰਵਾਰ ਵਾਲੇ ਦਿਨ ਜਾਣਕਾਰੀ ਦੇ ਅਨੁਸਾਰ ਦਿੱਲੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੰਤਰ ਮੰਤਰ ਤੇ ਨਾਅਰੇਬਾਜ਼ੀ ਦੇ ਵਿੱਚ ਇਸ ਮਾਮਲੇ ਦੇ ਵਿੱਚ ਹਿੰਦੂ ਫੌਜ ਦੇ ਜਿਹੜੇ ਮੁਖੀ ਨੇ ਸੁਸ਼ੀਲ ਤਿਵਾੜੀ, ਤਕਰੀਬਨ ਉਮਰ ਉਹਨਾਂ ਦੀ 40 ਵਰ੍ਹੇ ਦੱਸੀ ਜਾ ਰਹੀ ਹੈ, ਉਹਨਾਂ ਨੂੰ ਵੀ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਦਿੱਲੀ ਪੁਲਿਸ ਦੁਆਰਾ ਇਸ ਮਾਮਲੇ ਦੇ ਉੱਤੇ ਨੋਟਿਸ ਲੈ ਜਾਣ ਤੋਂ ਬਾਅਦ ਸੁਸ਼ੀਲ ਤਿਵਾੜੀ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਸੀ ਆਏ। ਉਸ ਦਿਨ ਤੋਂ ਉਹ ਫਰਾਰ ਚਲੇ ਆ ਰਹੇ ਸੀ। ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਉਹਨਾਂ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਵੀ ਇੱਥੇ ਗੱਲ ਦੱਸਣ ਵਾਲੀ ਹੈ ਕਿ ਜੰਤਰ ਮੰਤਰ ਤੇ ਭੀੜ ਦੇ ਦੁਆਰਾ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਕੁਝ ਭੜਕਾਊ ਨਾਅਰੇ ਲਾਏ ਗਏ ਸੀ। ਦਿੱਲੀ ਪੁਲਿਸ ਨੇ ਕਾਫੀ ਐਕਸ਼ਨ ਦੇ ਮੂਡ ਵਿੱਚ ਲੱਗ ਰਹੀ ਸੀ। ਹੁਣ ਤੱਕ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਲੋਕ, ਕੁਝ ਵੱਡੀਆਂ ਹਸਤੀਆਂ ਗ੍ਰਿਫਤਾਰ ਕੀਤੀਆਂ ਜਾ ਚੁੱਕੀਆਂ ਨੇ। ਦੋਸ਼ੀਆਂ ਦੇ ਵਿੱਚ ਦੱਸਣਾ ਬਣਦਾ ਹੈ ਕਿ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ ਵਨੀਤ ਕਰੰਤੀ, ਪ੍ਰੀਤ ਸਿੰਘ ਇਹ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ। ਤੇ ਆਪਣੀ ਸਫਾਈ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਐਡਵੋਕੇਟ ਅਸ਼ਵਨੀ ਉਪਾਧਿਆਏ ਨੇ ਦੱਸਿਆ ਕਿ ਜਦੋਂ ਤੱਕ ਮੈਂ ਜੰਤਰ ਮੰਤਰ ਤੇ ਸੀ, ਤੁਸੀਂ ਦੇਖੋ ਕਿ ਸਫਾਈ ਕੀ ਦਿੱਤੀ ਜਾ ਰਹੀ ਹੈ। ਕਹਿੰਦੇ ਜਦੋਂ ਤੱਕ ਮੈਂ ਜੰਤਰ ਮੰਤਰ ਤੇ ਸੀ ਉੱਥੇ ਕਿਸ ਤਰ੍ਹਾਂ ਦੀ ਕੋਈ ਨਾਅਰੇਬਾਜ਼ੀ ਹੋਈ ਨਹੀਂ। ਜਿਸ ਬਾਰੇ ਕਹਿੰਦੇ ਗੱਲ ਕੀਤੀ ਜਾ ਰਹੀ ਹੈ, ਦੋਸ਼ ਲਾਏ ਜਾ ਰਹੇ ਨੇ, ਉਹਦੇ ਬਾਰੇ ਦਰਅਸਲ ਮੈਨੂੰ ਕਹਿੰਦੇ ਕੁਝ ਪਤਾ ਹੀ ਨਹੀਂ। ਉਲਟਾ ਉਹਨਾਂ ਨੇ ਇਹ ਵੀ ਆਖਿਆ, ਪੁਲਿਸ ਨੂੰ ਅਪੀਲ ਕੀਤੀ ਕੋ ਇਹਨਾਂ ਨਾਅਰੇ ਲਗਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ। ਇਸ ਘਟਨਾ ਦਾ ਇੱਕ ਵੀਡੀਓ ਸ਼ਾਇਦ ਤੁਸੀਂ ਵੀ ਵੇਖਿਆ ਹੋਣੇ, ਵੱਡੇ ਪੱਧਰ ਤੇ ਵਾਇਰਲ ਹੋਇਆ, ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਐਤਵਾਰ ਨੂੰ 8 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਵਾਲੇ ਇਸ ਇਲਾਕੇ ਦੇ ਵਿੱਚ ਕੁਝ ਲੋਕ ਮੁਸਲਮਾਨ ਵਿਰੋਧੀ ਨਾਅਰੇ ਲਾ ਰਹੇ ਸੀ, ਜ਼ਹਿਰ ਉਗਲ ਰਹੇ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਨਾਅਰੇ ਸੇਵ ਇੰਡੀਆ ਫਾਊਂਡੇਸ਼ਨ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਲਗਾਏ ਗਏ ਤੇ ਉਸ ਪ੍ਰੋਗਰਾਮ ਦੇ ਵਿੱਚ ਦਿੱਲੀ ਦੇ ਭਾਜਪਾ ਦੇ ਬੁਲਾਰੇ ਅਸ਼ਵਨੀ ਉਪਾਧਿਆਏ ਵੀ ਮੌਜੂਦ ਸਨ ਤੇ ਬਾਅਦ ਦੇ ਵਿੱਚ ਹੁਣ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਹੁਣ ਤੁਸੀਂ ਦੇਖੋ ਕਿ ਕਿਸੇ ਭਾਈਚਾਰੇ ਦੇ ਖਿਲਾਫ ਜ਼ਹਿਰ ਉਗਲਣੀ ਪ੍ਰਾਪਤੀ ਕੀ ਹੁੰਦੀ ਹੈ, ਡਿਵਾਈਡ ਐਂਡ ਰੂਲ। ਤੁਸੀਂ ਇਹ ਦੱਸਿਓ ਕਿ ਕਦੇ ਤੁਸੀਂ ਪੁੱਛਦੇ ਹੋ ਕਿ ਜਿਹੜਾ ਡਾਕਟਰ, ਜਿਹੜੀ ਨਰਸ, ਜਿਹੜੀ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਕਰਵਾਉਣ ਗਏ ਹੋ ਕਿ ਉਹ ਮੁਸਲਮਾਨ ਹੈ, ਹਿੰਦੂ ਹੈ ਜਾਂ ਸਿੱਖ ਹੈ ਜਾਂ ਈਸਾਈ ਹੈ? ਜਿਹਦੇ ਤੋਂ ਤੁਸੀਂ ਕਦੇ ਸਬਜ਼ੀ ਖਰੀਦਦੇ ਹੋ ਪੁੱਛਦੇ ਹੋ ਕਿ ਨਾ ਬਈ ਤੇਰੇ ਤੋਂ ਤਾਂ ਨਹੀਂ ਮੈਂ ਲੈਣੀ, ਤੂੰ ਤਾਂ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ? ਕਿ ਲੋੜ ਵੇਲੇ ਕਿਸੇ ਨੂੰ ਪੁੱਛਿਓ, ਕਹਿਣਗੇ ਐਕਸਰੇ ਕਰਾ ਕੇ ਲਿਆਓ ਬਈ, ਲੈਬੋਰਟਰੀ 'ਚ ਤਾਂ ਹੁਣੀ ਟੈਸਟ ਕਰਾ ਕੇ ਲਿਆਓ। ਜੇ ਜਾਂਦਿਆਂ ਨੂੰ ਤੁਹਾਡੇ ਸਾਹਮਣੇ ਮੁਸਲਮਾਨ ਹੋਵੇ ਜਾਂ ਹਿੰਦੂ ਹੋਵੇ ਜਾਂ ਸਿੱਖ ਹੋਵੇ ਇਨਕਾਰ ਕਰੋਗੇ? ਇਸ ਤਰੀਕੇ ਨਾਲ ਸਾਨੂੰ ਸੋਚਣ ਦੀ, ਸਮਝਣ ਦੀ ਜ਼ਰੂਰਤ ਹੈ ਕਿ ਸਾਰਿਆਂ ਦੇ ਸਰੀਰ ਦੇ ਅੰਦਰ ਗਰਦਸ਼ ਕਰ ਰਿਹਾ ਖੂਨ ਲਾਲ ਰੰਗ ਦਾ ਹੀ ਆ। ਮਨੁੱਖਤਾ ਇੱਕੋ ਹੀ ਹੈ। ਅਸੀਂ ਜਿਹੜੀਆਂ ਵੱਡੀਆਂ ਪਵਾਈਆਂ ਜਾ ਰਹੀਆਂ ਨੇ, ਮੈਂ ਪਵਾਈਆਂ ਕਹਿ ਰਿਹਾ, ਖਾਸ ਕਰਕੇ ਰਾਜਨੀਤਿਕ ਲੋਕਾਂ ਤੋਂ
ਅਸੀਂ ਸੁਚੇਤ ਹੋਈਏ ਕਿ ਉਹ ਅਸਲ 'ਚ ਇਹਨਾਂ ਚੀਜ਼ਾਂ ਦੇ ਵੱਲ ਜਾਣ-ਬੁੱਝ ਕੇ ਪ੍ਰੇਰਿਤ ਕਰ ਰਹੇ ਹੈ। ਅਗਲੀ ਖਬਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਖਬਰ ਹੈ। ਗੁਰੂ ਸਾਹਿਬ ਦਾ ਅਸੀਂ ਬੜਾ ਸਤਿਕਾਰ ਕਰਦੇ ਹਾਂ, ਕਹਿੰਦੇ ਹਾਂ ਕਿ ਅਸੀਂ ਭਾਈ ਜਦੋਂ ਗੁਰੂ ਸਾਹਿਬ ਨੂੰ ਲੈ ਕੇ ਜਾਂਦੇ ਹਾਂ ਤੇ ਪੰਜਾਂ ਸਿੰਘਾਂ ਦੀ ਹਜ਼ੂਰੀ 'ਚ ਲੈ ਕੇ ਜਾਂਦੇ ਹਾਂ, ਅਸੀਂ ਤਾਂ ਮੱਥਾ ਟੇਕ ਕੇ ਪਿਛਲ ਖੋੜੀ ਕਈ ਵਾਰੀ ਮੁੜਦੇ ਹਾਂ ਕਿ ਨਾ ਭਾਈ ਪਿੱਠ ਨਾ ਹੋ ਜਾਏ, ਪਰ ਆਹ ਗੁਰੂ ਨੂੰ ਪਿੱਠ ਸ਼ਰੇਆਮ ਦਿਖਾਈ ਜਾਂਦੇ ਹਾਂ। ਇਹ ਦਰਅਸਲ ਇਹ ਵੀ ਬੇਅਦਬੀ ਹੈ। ਮਜੀਠਾ ਦੇ ਨੇੜੇ ਪੈਂਦਾ ਪਿੰਡ ਨਾਗ ਨਵੇਂ। ਨਾਗ ਨਵੇਂ ਦੇ ਪਿੰਡ ਦੇ ਵਿੱਚੋਂ ਪਤਾ ਲੱਗਾ ਕਿ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੋ ਗਰੁੱਪਾਂ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਦੇ ਵਿਚਕਾਰ ਤੇ ਗ੍ਰੰਥੀ ਸਿੰਘ ਦੇ ਵਿਚਕਾਰ ਘੁਸੁੰਨ ਮੁੱਕੀ ਹੋਈ ਹੈ। ਤੁਸੀਂ ਹਿਸਾਬ ਲਾਓ, ਪੱਗੋ ਪੱਗੀ ਹੋਏ ਨੇ। ਸਾਡੀ ਹੋਰ ਕੋਈ ਪੱਗ ਨੂੰ ਹੱਥ ਨਹੀਂ ਲਾ ਸਕਦਾ। ਅਸੀਂ ਅਕਸਰ ਕਹਿੰਦੇ ਸੁਣਦੇ ਦੀ ਪੱਗ ਲਾ ਦੇ, ਦੀ ਪੱਗ ਲਾ ਦੇ। ਇਹ ਦਸਤਾਰ ਗੁਰੂ ਸਾਹਿਬ ਦੀ ਹੈ, ਇਹਨੂੰ ਸੰਭਾਲਣਾ ਸਾਡਾ ਸਭਨਾਂ ਦਾ ਫਰਜ਼ ਹੈ। ਗ੍ਰੰਥੀ ਸਿੰਘ ਨੇ ਉੱਥੇ ਪਲਵਿੰਦਰ ਸਿੰਘ ਦੇ ਵੱਲੋਂ ਥਾਣਾ ਮਜੀਠਾ ਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਹੈ ਕਿ ਮੈਂ ਤਕਰੀਬਨ ਬੀਤੇ 4 ਸਾਲਾਂ ਤੋਂ ਇਸ ਪਿੰਡ ਦੇ ਵਿੱਚ ਨਾਗ ਨਵੇਂ ਗੁਰਦੁਆਰਾ ਕੰਬੋਜ ਦੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਹਾਂ। ਕਹਿੰਦੇ ਬੀਤੇ ਦਿਨ ਦਰਖਾਸਤ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਮੌਜੂਦ ਸੀ, ਪਿੰਡ ਦੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰ ਆਏ। ਉਹਨਾਂ ਨੇ ਨਾਮ ਦਾ ਜ਼ਿਕਰ ਵੀ ਕੀਤਾ। ਉਹਨਾਂ 'ਚ ਸਵਰਨ ਸਿੰਘ ਦੱਸਿਆ ਜਾ ਰਿਹਾ ਹੈ, ਨਿਰਮਲ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਹਰਪਾਲ ਸਿੰਘ, ਤੇ ਨਾਲ ਉਹਨਾਂ ਨੇ ਦੱਸਿਆ ਕਿ ਅਮੋਲਕ ਸਿੰਘ ਤੇ ਦਲਬੀਰ ਸਿੰਘ ਵੀ ਸੀ। ਇੱਕ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਉੱਥੇ ਗੱਲਬਾਤ ਹੋ ਰਹੀ ਸੀ। ਗੱਲਬਾਤ ਕਰਦਿਆਂ ਕਹਿੰਦੇ ਮੇਰੇ ਗਲ ਪੈ ਗਏ। ਇਸੇ ਦੌਰਾਨ ਕਹਿੰਦੇ ਗੱਲਬਾਤ ਕਰਦਿਆਂ ਤਲਖ ਕਲਾਮੀ ਹੋ ਗਈ ਤੇ ਉਹਨਾਂ ਨੇ ਮੇਰੀ ਦਸਤਾਰ ਉਤਾਰ ਦਿੱਤੀ, ਮੇਰੇ ਕੇਸ, ਮੇਰੀ ਦਾੜੀ ਪੁੱਟ ਦਿੱਤੀ ਗਈ, ਕੇਸਾਂ ਦੀ ਬੇਅਦਬੀ ਕਰ ਦਿੱਤੀ ਗਈ। ਸ੍ਰੀ ਸਾਹਿਬ ਮੇਰਾ ਉਤਾਰ ਕੇ ਭਗਾ ਮਾਰਿਆ। ਇੰਨਾ ਹੀ ਨਹੀਂ, ਕਹਿੰਦੇ ਮੇਰੀ ਉਹਨਾਂ ਨੇ ਕੁੱਟਮਾਰ ਵੀ ਕੀਤੀ। ਇਸੇ ਦੌਰਾਨ ਕਹਿੰਦੇ ਮੈਨੂੰ ਕਾਫੀ ਸੱਟਾਂ ਫਿੱਟਾਂ ਲੱਗੀਆਂ। ਪਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਸਾਰੀ ਘਟਨਾ ਜਿਹਦਾ ਮੈਂ ਜ਼ਿਕਰ ਕਰ ਰਿਹਾ, ਇਹ ਨਹੀਂ ਕਿ ਸਿਰਫ ਮੈਂ ਬਿਆਨ ਕਰ ਰਿਹਾ ਕਿ ਹੋਈ ਨਹੀਂ, ਕਿ ਮੈਂ ਜਾਣਬੁੱਝ ਕੇ ਦੂਸ਼ਣਬਾਜ਼ੀ ਕਰ ਰਿਹਾ। ਉਹ ਕਹਿੰਦੇ ਗੁਰਦੁਆਰਾ ਸਾਹਿਬ ਦੇ ਅੰਦਰ CCTV ਕੈਮਰਾ ਲੱਗਿਆ ਹੋਇਆ ਹੈ। ਇਹ ਸਭ ਕੁਝ ਕੈਮਰੇ ਦੇ ਵਿੱਚ ਵੀ ਰਿਕਾਰਡ ਹੋਇਆ ਹੈ, ਜਿਸ ਸੰਬੰਧੀ ਪੀੜਤ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਘਟਨਾ ਸੰਬੰਧੀ ਥਾਣਾ ਮਜੀਠਾ ਦੇ SHO ਨੇ ਗਗਨਦੀਪ ਸਿੰਘ, ਉਹਨਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਗ੍ਰੰਥੀ ਸਿੰਘ ਦੇ ਵੱਲੋਂ ਬਿਲਕੁਲ ਸਾਡੇ ਕੋਲ ਦਰਖਾਸਤ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਜਿਹੜੇ CCTV ਕੈਮਰੇ ਨੇ, ਉਹਨਾਂ ਦੀ ਫੁਟੇਜ ਦੇਖੀ ਜਾ ਰਹੀ ਹੈ, ਬਰੀਕੀ ਦੇ ਨਾਲ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਕਹਿੰਦੇ ਜਾਂਚ ਕਰਨ ਤੋਂ ਬਾਅਦ ਜੋ ਗ੍ਰੰਥੀ ਸਿੰਘ ਦੱਸ ਰਿਹਾ ਹੈ, ਜੇਕਰ CCTV ਕੈਮਰੇ ਵਿੱਚ ਇਹ ਸਭ ਕੁਝ ਸਾਹਮਣੇ ਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ। ਪਰ ਹੁਣ ਸਵਾਲ ਇਸ ਗੱਲ ਦਾ ਪੈਦਾ ਹੁੰਦਾ, ਠੀਕ ਹੈ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਅਸੀਂ ਮਤਦਾਨ ਕਰਦੇ ਹਾਂ, ਪਰ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਗਾਲਾਂ ਕੱਢਦੇ ਹਾਂ, ਦਸਤਾਰਾਂ ਉਤਾਰਦੇ ਹਾਂ, ਕਿਰਪਾਨਾਂ ਉਤਾਰਦੇ ਹਾਂ, ਧੱਕਾ ਮੁੱਕੀ ਕਰਦੇ ਹਾਂ, ਦਾੜੀ ਪੁੱਟਦੇ ਹਾਂ, ਕਿ ਗੁਰੂ ਦੀ ਸਿੱਖਿਆ ਇਹ ਹੈ? ਸਿੱਖੀ ਅਪਣਾ ਲਈ, ਬਾਣਾ ਵੀ ਪਾ ਲਿਆ, ਬਾਣੀ ਸੁਣੀ ਵੀ ਹੈ, ਬਾਣੀ ਪੜ੍ਹੀ ਵੀ ਹੈ, ਅਮਲ ਕੌਣ ਕਰੂ? ਗੁਰੂ ਸਾਹਿਬ ਦੀ ਸਿੱਖਿਆ ਤੇ ਕੌਣ ਪਹਿਰਾ ਦਿਓ? ਅਗਲੀ ਵੀ ਖਬਰ ਲਗਭਗ ਇਸੇ ਤਰ੍ਹਾਂ ਦੀ ਹੈ। ਬੀਤੇ ਦਿਨੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਇੱਕ ਪਿੰਡ ਦੇ ਵਿੱਚ, ਇਹ ਪਿੰਡ ਹੈ ਤਲਵੰਡੀ ਸਾਬੋ ਦੇ ਨੇੜੇ, ਦਰਅਸਲ ਸਬ ਡਿਵੀਜ਼ਨ ਹੈ ਤਲਵੰਡੀ ਸਾਬੋ, ਉਹਦਾ ਪਿੰਡ ਹੈ ਮਿਰਜਿਆਣਾ ਪਿੰਡ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਬਾਈਕਾਟ ਕਰਨ ਦੀ ਵਜ੍ਹਾ ਟੂਣਾ ਟਾਮਣ ਸੀ ਤੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ 5 ਪਿਆਰਿਆਂ ਦੇ 5 ਸਿੰਘ ਸਾਹਿਬਾਨਾਂ ਦੇ ਸਾਹਮਣੇ ਪੇਸ਼ ਹੋਈ, ਜਿਨ੍ਹਾਂ ਮਾਮਲੇ ਦੇ ਵਿੱਚ ਅਫਸੋਸ ਵੀ ਪ੍ਰਗਟਾਇਆ, ਆਪਣੇ ਕੀਤੇ ਦੀ ਮੁਆਫੀ ਵੀ ਮੰਗੀ ਤੇ 5 ਸਿੰਘ ਸਾਹਿਬਾਨਾਂ ਦੇ ਵੱਲੋਂ ਪਿੰਡ ਮਿਰਜਿਆਣਾ ਦੀ ਪੰਚਾਇਤ ਨੂੰ ਫਿਰ ਇੱਕ ਧਾਰਮਿਕ ਸਜ਼ਾ ਵੀ ਲਗਾਈ ਹੈ। ਉੱਥੇ ਹੀ ਮਨਮਤ ਦੇ ਉਲਟ ਖੜਿਆ ਜਿਹੜਾ ਪਰਿਵਾਰ, ਅਵਤਾਰ ਸਿੰਘ ਦਾ ਪਰਿਵਾਰ, ਗੁਰਸਿੱਖ ਪਰਿਵਾਰ ਦੇ ਵੱਲੋਂ ਤਖਤ ਸਾਹਿਬ ਵੱਲੋਂ ਸਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪੰਚਾਇਤ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਹੁਣ ਤੁਸੀਂ ਦੇਖੋ ਕਿ ਆਪਣੇ ਆਪ ਦੇ ਵਿੱਚ ਕੋਈ ਵਿਅਕਤੀ ਜਾਂ ਕੋਈ ਇਸ ਤਰ੍ਹਾਂ ਦਾ ਪਰਿਵਾਰ ਹੁੰਦਾ ਜਿਹੜਾ ਪੂਰੇ ਪਿੰਡ ਦੇ ਖਿਲਾਫ ਖੜ ਜਾਂਦਾ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਮਿਰਜਿਆਣਾ ਦੇ ਵਿੱਚ ਪਸ਼ੂਆਂ ਨੂੰ ਮੂੰਹ ਖੋਰ ਦੀ ਬਿਮਾਰੀ ਲੱਗੀ। ਅਸਲ ਦੇ ਵਿੱਚ ਪਿੰਡ ਕਹਿੰਦਾ ਵੀ ਮੂੰਹ ਖੋਰ ਦੀ ਬਿਮਾਰੀ ਨੂੰ ਰੋਕਣਾ, ਇੱਕ ਟੂਣਾ ਟਾਮਣ ਜਿਹਾ ਕਰਾ ਲਿਆ, ਜਿਸ ਦਾ ਪਿੰਡ ਦੇ ਇੱਕ ਗੁਰਸਿੱਖ ਪਰਿਵਾਰ ਨੇ ਇਨਕਾਰ ਕਰ ਦਿੱਤਾ ਸੀ ਕਿ ਟੂਣਾ ਅਸੀਂ ਨਹੀਂ ਭਾਈ ਮੰਨਦੇ। ਪਿੰਡ ਦੀ ਪੰਚਾਇਤ ਨੇ ਉਹਨਾਂ ਦਾ ਸਮਾਜਿਕ ਬਾਈਕਾਟ, ਕਹਿੰਦੇ ਭਾਂਡਾ ਛੇਕ ਦਿੱਤਾ। ਗੁਰਸਿੱਖ ਪਰਿਵਾਰ ਦਾ ਜਿਹੜਾ ਬਾਈਕਾਟ ਕੀਤਾ ਗਿਆ ਸੀ ਸੋਸ਼ਲ ਮੀਡੀਆ ਤੇ ਉਹ ਵੀਡੀਓ ਅੱਗ ਵਾਂਗੂ ਫੈਲੀ। ਗੁਰਸਿੱਖ ਪਰਿਵਾਰ ਦੇ ਵੱਲੋਂ ਮਾਮਲੇ ਦੇ ਵਿੱਚ ਇਨਸਾਫ ਲੈਣ ਦੇ ਵਾਸਤੇ
ਫਿਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਵੀ ਸ਼ਿਕਾਇਤ ਦੇ ਦਿੱਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਨੇ ਮਾਮਲੇ ਦੀ ਜਿਹੜੀ ਧਰਮ ਪ੍ਰਚਾਰ ਸਬ ਆਫਿਸ ਹੈ ਦਮਦਮਾ ਸਾਹਿਬ, ਉਹਨਾਂ ਨੂੰ ਪੜਤਾਲ ਕਰਨ ਦੇ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਵੱਲੋਂ ਭਾਈ ਨਿਰਭੈ ਸਿੰਘ ਨੇ ਪੜਤਾਲ ਕੀਤੀ, ਪੜਤਾਲ ਕਰਕੇ ਰਿਪੋਰਟ ਸਿੰਘ ਸਾਹਿਬ ਨੂੰ ਸੌਂਪ ਦਿੱਤੀ। ਫਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਦੇ ਤਹਿਤ ਤਖਤ ਸਾਹਿਬ ਦੇ 5 ਪਿਆਰਿਆਂ ਦੇ ਸਾਹਮਣੇ ਪਿੰਡ ਮਿਰਜਿਆਣਾ ਦੀ ਪੰਚਾਇਤ ਪੇਸ਼ ਹੋਈ। ਪੰਚਾਇਤ ਨੇ ਪੇਸ਼ ਹੋ ਕੇ ਉਸ ਘਟਨਾ ਦੀ ਮੁਆਫੀ ਮੰਗੀ ਤੇ ਨਾਲ ਇਹ ਵੀ ਕਿਹਾ ਕਿ ਅੱਗੇ ਤੋਂ ਅਸੀਂ ਇਸ ਤਰ੍ਹਾਂ ਦੀ ਘਟਨਾ ਕੋਈ ਨਹੀਂ ਕਰਾਂਗੇ, ਅਸੀਂ ਪ੍ਰਣ ਕਰਦੇ ਹਾਂ। 5 ਪਿਆਰਿਆਂ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ। ਗੱਲ ਸੁਣਨ ਤੋਂ ਬਾਅਦ ਪੰਚਾਇਤ ਨੂੰ ਇੱਕ ਧਾਰਮਿਕ ਸਜ਼ਾ ਲਾਈ ਹੈ ਤੇ ਇਹ ਜਿਹੜੀ ਧਾਰਮਿਕ ਸਜ਼ਾ ਜਿਹੜੀ ਲਾਈ ਹੈ ਉਹਦੇ ਵਿੱਚ ਪੰਚਾਇਤ ਨੂੰ 1 ਘੰਟਾ ਤਖਤ ਸਾਹਿਬ ਵਿਖੇ ਝਾੜੂ ਦੀ ਸੇਵਾ ਕਰਨ ਦੀ, 2100 ਰੁਪਏ ਦੀ ਤਖਤ ਸਾਹਿਬ ਤੇ ਦੇਗ ਕਰਵਾਉਣ ਦੀ, ਤਖਤ ਸਾਹਿਬ ਤੇ ਖਿਮਾ ਜਾਚਨਾ ਦੀ ਅਰਦਾਸ ਕਰਨ ਦੀ ਇਹ ਸਜ਼ਾ ਲਾ ਦਿੱਤੀ ਕਿ ਧਾਰਮਿਕ ਸਜ਼ਾ ਹੈ। ਤੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਬਾਈਕਾਟ ਦਾ ਜਿਹੜਾ ਮਤਾ ਪਾਸ ਕੀਤਾ ਸੀ, ਵਾਪਸ ਲੈਣ ਦਾ ਮਤਾ ਪਾਉਣ ਵਾਸਤੇ ਆਖਿਆ ਗਿਆ ਹੈ। ਮੁਆਫੀ ਮੰਗਣ ਦਾ ਹੁਕਮ ਜਾਰੀ ਕੀਤਾ ਗਿਆ ਹੈ। 5 ਸਿੰਘ ਸਾਹਿਬਾਨਾਂ ਨੇ ਮਨਮੱਤ ਦੇ ਜਿਹੜਾ ਉਲਟ ਪਰਿਵਾਰ ਖੜਿਆ ਸੀ, ਅਵਤਾਰ ਸਿੰਘ ਦਾ ਪਰਿਵਾਰ, ਤਖਤ ਸਾਹਿਬ ਵੱਲੋਂ ਸਰੋਪਾ ਦੇ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹੁਣ ਤੁਸੀਂ ਇਹ ਦੇਖੋ, ਦੂਸਰੇ ਪਾਸੇ ਪਿੰਡ ਦੇ ਸਰਪੰਚ ਨੇ ਮਲਕੀਤ ਸਿੰਘ, ਉਹ ਕਹਿੰਦੇ ਸਾਡਾ ਰਾਜੀਨਾਮਾ ਵੀ ਹੋ ਗਿਆ, ਤਖਤ ਸਾਹਿਬ ਨੇ ਜਿਹੜੀ ਸਾਨੂੰ ਸਜ਼ਾ ਸੁਣਾਈ ਹੈ ਅਸੀਂ ਉਹ ਸਜ਼ਾ ਵੀ ਖਿੜੇ ਮੱਥੇ ਪ੍ਰਵਾਨ ਕੀਤੀ ਹੈ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਪ੍ਰਮਾਤਮਾ ਤੇ ਵਾਹਿਗੁਰੂ ਤੇ ਭਰੋਸਾ ਹੈ, ਟੂਣੇ ਟਾਮਣ ਤੇ ਵਿਸ਼ਵਾਸ ਨਹੀਂ ਕਰਦੇ ਤੇ ਅੱਗੇ ਤੋਂ ਵੀ ਅਸੀਂ ਸਮੁੱਚੇ ਪਿੰਡ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੇ ਝੰਜਟ 'ਚ ਅਸੀਂ ਪੈਣਾ ਹੀ ਨਹੀਂ। ਅਵਤਾਰ ਸਿੰਘ ਦੇ ਪਰਿਵਾਰ ਨੇ ਵੀ ਤਖਤ ਸਾਹਿਬ ਦੇ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਾਈ ਹੈ ਉਹਦੇ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਿਹੜਾ ਮਾਨ ਸਨਮਾਨ ਉਹਨਾਂ ਨੂੰ ਮਿਲਿਆ ਪਰਮਾਤਮਾ ਦਾ, ਸਤਿਗੁਰੂ ਦਾ, ਉਹਨਾਂ ਨੇ ਸ਼ੁਕਰਾਨਾ ਵੀ ਕੀਤਾ ਹੈ। ਹੁਣ ਤੁਸੀਂ ਆਪ ਹਿਸਾਬ ਲਾਓ ਕਿ 21ਵੀਂ ਸਦੀ ਵਿੱਚ ਅਸੀਂ ਰਹਿੰਦੇ ਹਾਂ। ਮਲੇਰਕੋਟਲੇ ਤੋਂ ਜਾ ਕੇ ਮੂੰਹ ਖੋਰ ਦੀ ਬਿਮਾਰੀ ਵਾਸਤੇ ਟੂਣਾ ਟਾਮਣ ਕਰਾ ਲਿਆਏ। ਜਦੋਂ ਪਿੰਡ ਵਿੱਚ ਅਸੀਂ ਹੁੰਦੇ ਸੀ, ਅਸੀਂ ਵੇਖਦੇ ਹੁੰਦੇ ਸੀ ਮੂੰਹ ਖੋਰ ਦੀ ਬਿਮਾਰੀ ਲੱਗੀ, ਉਹ ਲੂਣ ਦੇ ਡਲੇ ਲਿਆ ਕੇ ਸੁੱਟ ਦਿੰਦੇ ਸੀ, ਜਾਂ ਕਈ ਵਾਰੀ ਉਹਨਾਂ ਦੇ ਮੂੰਹ ਦੇ ਵਿੱਚ ਆਪ ਮੂੰਹ ਖੋਲ ਕੇ ਉਹਨਾਂ ਦੇ ਮੂੰਹ ਦੇ ਵਿੱਚ ਰਗੜੀਦੇ ਸੀ, ਹੌਲੀ ਹੌਲੀ ਠੀਕ ਹੋ ਜਾਂਦਾ ਸੀ, ਟੀਕੇ ਟੂਕੇ ਲਵਾ ਦੇਈਦੇ ਸੀ। ਪਰ ਆ ਟੂਣੇ ਟਾਮਣ ਵਾਲੀ ਗੱਲ ਨਾਲ ਗੱਲ ਨਹੀਂ ਬਣਦੀ। ਉਹਨਾਂ ਨੇ ਆਖਿਆ ਸੀ ਕਿ ਭਾਈ ਬੱਤੀਆਂ ਨਹੀਂ ਆਨ ਕਰਨੀਆਂ, ਅਵਤਾਰ ਸਿੰਘ ਦੇ ਪਰਿਵਾਰ ਨੇ ਬੱਤੀਆਂ ਆਨ ਕਰ ਲਈਆਂ ਸੀ, ਲਾਈਟ ਆਨ ਕਰ ਲਈ ਸੀ। ਸੋ ਖੈਰ, ਇੱਕ ਵਾਰ ਇਹ ਮਾਮਲਾ ਸੁਰਖੀਆਂ ਵਿੱਚ ਆਇਆ ਸੀ, ਪਰ ਹੁਣ ਇਹ ਮਾਮਲਾ ਹੱਲ ਹੋ ਗਿਆ। ਪੰਜਾਬ ਤੋਂ ਸ਼ੁਰੂਆਤ ਹੋਈ ਕਿਸਾਨੀ ਅੰਦੋਲਨ ਦੀ। ਹੁਣ ਇਹ ਤਿੰਨੇ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਦੇ ਖਿਲਾਫ ਆ 25 ਤਰੀਕ ਨੂੰ 9 ਮਹੀਨੇ ਕਿਸਾਨਾਂ ਨੂੰ ਸਰਹੱਦਾਂ ਤੇ ਡਟਿਆਂ ਨੂੰ ਹੋ ਜਾਣਾ ਹੈ। ਬੀਜੇਪੀ ਦੀਆਂ ਜਿੱਥੇ ਜਿੱਥੇ ਸਰਕਾਰਾਂ ਨੇ, ਬੀਜੇਪੀ ਦੇ ਜਿੱਥੇ ਜਿੱਥੇ ਭਗਤ ਨੇ, ਉਹਨਾਂ ਦੇ ਖਿਲਾਫ ਲੋਕਾਂ ਨੇ ਮੁਹਿੰਮ ਵਿੱਢੀ ਹੋਈ ਹੈ। ਹੁਣ ਕਿਸਾਨਾਂ ਨੇ ਬੀਜੇਪੀ ਸਰਕਾਰ ਦੇ ਖਿਲਾਫ, ਜਾਂ ਕਹਾਂ ਮੈਂ ਸਰਕਾਰਾਂ ਦੇ ਖਿਲਾਫ ਜਾਂ ਬੀਜੇਪੀ ਪਾਰਟੀ ਦੇ ਖਿਲਾਫ ਨੋ ਵੋਟ ਫॉर ਬੀਜੇਪੀ ਇਹ ਮੁਹਿੰਮ ਚਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ, ਤਾਂ ਜੋ ਭਾਜਪਾ ਨੂੰ ਨਾ ਕਿਸੇ ਸੂਬੇ 'ਚ ਨਾ ਕਿਸੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚੋਂ ਬਾਹਰ ਕੀਤਾ ਜਾ ਸਕੇ, ਸੱਤਾ ਦੇ ਵਿੱਚੋਂ ਉਹ ਆ ਨਾ ਸਕੇ। ਭਾਰਤੀ ਕਿਸਾਨ ਯੂਨੀਅਨ ਨੇ ਹਿਮਾਚਲ ਦੇ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਪ੍ਰਚਾਰ ਕਰਨ ਦਾ ਫੈਸਲਾ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸੂਬਾ ਪ੍ਰਧਾਨ ਨੇ ਅਨਿੰਦਰ ਸਿੰਘ, ਉਹਨਾਂ ਨੇ ਸ਼ਿਮਲਾ ਦੇ ਵਿੱਚ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਜਿਹਨੇ ਤਿੰਨੇ ਖੇਤੀ ਕਾਨੂੰਨ ਬਣਾਏ ਨੇ, ਬਣਾ ਕੇ ਕਿਸਾਨਾਂ ਤੇ ਥੋਪੇ ਨੇ ਤੇ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੂਰੇ ਮੁਲਕ ਦੇ ਵਿੱਚ ਨੋ ਵੋਟ ਫॉर ਬੀਜੇਪੀ ਇਹ ਮੁਹਿੰਮ ਚਲਾਏਗੀ। ਹਿਮਾਚਲ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਉਪ ਚੋਣਾਂ ਨੇ, ਉਹਨਾਂ ਚੋਣਾਂ ਦੇ ਵਿੱਚ ਵੀ ਇਹ ਮੁਹਿੰਮ ਜ਼ੋਰ ਸ਼ੋਰ ਨਾਲ ਵਿੱਢੀ ਜਾਏਗੀ। ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਕੇਸ਼ ਟਕੈਤ ਦੀ ਅਗਵਾਈ ਦੇ ਵਿੱਚ ਕਿਸਾਨਾਂ ਦੇ ਹਿੱਤ 'ਚ ਬੀਤੇ 9 ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਬੀਜੇਪੀ ਦੀ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ, ਅਣਦੇਖਿਆ ਕਰ ਰਹੀ ਹੈ। ਕਿਸਾਨ ਸ਼ਹਾਦਤਾਂ ਦੇ ਰਹੇ ਨੇ। ਉਹਨਾਂ ਨੇ ਆਖਿਆ ਕਿ ਕਿਸਾਨ ਵਿਰੋਧੀ ਭਾਜਪਾ ਦੇ ਸਰਕਾਰ ਦੇ ਖਿਲਾਫ ਅਸੀਂ ਪ੍ਰਚਾਰ ਕਰਾਂਗੇ ਤੇ ਸਾਡੇ ਸੂਬੇ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਭਾਜਪਾ ਨੂੰ ਟ੍ਰੇਲਰ ਦਿਖਾਵਾਂਗੇ, ਤਾਂ ਕਿ ਆਉਣ ਵਾਲੀਆਂ ਆਮ ਚੋਣਾਂ ਦੇ ਵਿੱਚ ਤੇ ਕੇਂਦਰ ਦੀ ਚੋਣ ਦੇ ਵਿੱਚ ਆਹ ਕੁਝ ਭਾਜਪਾ ਤੇ ਸਹਿਯੋਗੀਆਂ ਨਾਲ ਹੋਊਗਾ। ਹੁਣ ਗੰਨੇ ਦੇ ਭਾਅ ਨੂੰ ਲੈ ਕੇ ਸਿਆਸਤ ਭਖ ਗਈ ਹੈ, ਕਿਉਂਕਿ ਬੀਤੇ ਕਈ ਦਿਨ ਤੋਂ ਜਲੰਧਰ ਦੇ ਵਿੱਚ ਧਰਨਾ ਮਾਰ ਕੇ ਬੈਠੇ ਨੇ ਤੇ ਅੱਜ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਵੀ ਵੇਖਦੇ ਹਾਂ ਕਿ ਹੱਲ ਹੁੰਦਾ ਜਾਂ ਨਹੀਂ। ਹੱਲ ਹੋ ਜਾਏ ਰੱਬ ਕਰਕੇ, ਮੱਥੇ ਮਿਹਰ ਪੈ ਜਾਏ ਰੱਬ ਕਰਕੇ।
ਪਰ ਦੂਸਰੇ ਪਾਸੇ ਪ੍ਰਧਾਨ ਜੀ ਸੁਖਬੀਰ ਬਾਦਲ ਨੇ ਉਹਨਾਂ ਨੇ ਰੋਸ ਕਰ ਰਹੇ ਗੰਨਾ ਉਤਪਾਦਕਾਂ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਗੰਨੇ ਦਾ ਭਾਅ ਵਧਾ ਕੇ 400 ਤਾਂ ਉਹਨਾਂ ਨੇ ਵੀ ਨਹੀਂ ਕਿਹਾ, ਜਦੋਂ ਕਿ ਕਿਸਾਨ ਕਹਿੰਦੇ ਨੇ ਕਿ 300 ਤੇ 98 ਰੁਪਏ ਸਾਡਾ ਲਾਗਤ ਮੁੱਲ ਹੈ। ਪਰ ਪ੍ਰਧਾਨ ਜੀ ਕਹਿੰਦੇ 380 ਰੁਪਏ ਪ੍ਰਤੀ ਕੁਇੰਟਲ ਕਰ ਦੇਣਾ ਚਾਹੀਦਾ ਹੈ। ਬਕਾਇਆ ਰਾਸ਼ੀ ਜਿਹੜੀ ਕਈ ਕਰੋੜ ਰੁਪਏ ਹੈ ਉਹ ਤੁਰੰਤ ਜਾਰੀ ਕਰ ਦੇਣੀ ਚਾਹੀਦੀ ਹੈ ਤੇ ਕਹਿੰਦੇ ਸਾਡੀ ਮੰਗ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬਸਪਾ ਦੀ ਜੇਕਰ ਸਰਕਾਰ ਬਣਦੀ ਹੈ, ਸਰਕਾਰ ਬਣਨ ਦੇ ਉੱਤੇ ਅਸੀਂ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਇਹ ਵਾਅਦਾ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਵੀ ਅਸੀਂ ਸ਼ਾਮਲ ਕਰਾਂਗੇ। ਉਹਨਾਂ ਕਿਹਾ ਕਿ 15 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਜਿਹੜਾ ਗੰਨਾ ਉਤਪਾਦਕਾਂ ਲਈ ਕੀਤਾ ਗਿਆ ਹੈ ਉਹ ਧੋਖਾ ਹੈ, ਉਹ ਮਜ਼ਾਕ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਗੰਨੇ ਦੀ ਯਕੀਨੀ ਸਰਕਾਰੀ ਖਰੀਦ ਦੀ ਕੀਮਤ ਦੇ ਵਿੱਚ 20 ਰੁਪਏ ਪ੍ਰਤੀ ਸਾਲ ਵਾਧਾ ਕੀਤਾ ਹੁੰਦਾ ਤਾਂ ਇਹ ਕੀਮਤ ਅੱਜ 380 ਰੁਪਏ ਫੀ ਕੁਇੰਟਲ ਹੋਣੀ ਸੀ, ਜੋ ਕਿ ਗੰਨੇ ਲਈ ਸਹੀ ਕੀਮਤ ਹੁੰਦੀ। ਉਹਨਾਂ ਕਿਹਾ ਕਿ ਅਜਿਹਾ ਨਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ 1000 ਕਰੋੜ ਰੁਪਏ ਦਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਗੁਆਂਢੀ ਸੂਬੇ ਉਹਨਾਂ ਦੀਆਂ ਸਰਕਾਰਾਂ ਦੇਖੋ ਗੰਨੇ ਲਈ 358 ਰੁਪਏ ਪ੍ਰਤੀ ਕੁਇੰਟਲ ਯਕੀਨੀ ਸਰਕਾਰੀ ਭਾਅ ਤੇ ਖਰੀਦ ਰਹੀਆਂ ਨੇ, ਜੋ ਕਿ 30 ਤੋਂ 40 ਰੁਪਏ ਪ੍ਰਤੀ ਕੁਇੰਟਲ ਵੱਧ ਹੈ ਪੰਜਾਬ ਦੇ ਨਾਲੋਂ। ਉਹਨਾਂ ਕਿਹਾ ਕਿ ਜੇਕਰ ਦੇਰੀ ਹੁੰਦੀ ਹੈ, ਦੇਰੀ ਨਾਲ ਅਦਾਇਗੀ ਹੁੰਦੀ ਹੈ ਤਾਂ ਵਿਆਜ ਵੀ ਮਿਲਣਾ ਚਾਹੀਦਾ ਹੈ ਤੇ ਇਹ ਸਭ ਕੁਝ ਕਿਸਾਨਾਂ ਨੂੰ ਤੁਰੰਤ ਫੌਰੀ ਤੌਰ ਤੇ ਮਿਲਣਾ ਚਾਹੀਦਾ ਹੈ, ਨਹੀਂ ਤੇ ਫਿਰ ਉਹ ਕਹਿੰਦੇ ਸਾਡੀ ਸਰਕਾਰ ਆ ਜਾਣੀ ਹੈ ਤੇ ਅਸੀਂ ਦੇ ਦੇਣਾ ਹੈ। ਹੁਣ ਇਹਦੇ ਟਿੱਪਣੀ ਕਰਨੀ ਬਣਦੀ ਹੈ ਕਿ ਚੋਣ ਮਨੋਰਥ ਪੱਤਰ ਭਾਵੇਂ ਤੁਹਾਡੇ ਵਾਲੇ ਪੜ੍ਹ ਲਈਏ, ਭਾਵੇਂ ਕਾਂਗਰਸ ਵਾਲੇ ਪੜ੍ਹ ਲਈਏ, ਭਾਵੇਂ ਆਮ ਆਦਮੀ ਪਾਰਟੀ ਵਾਲਾ ਪਿਛਲਾ ਚੱਕ ਕੇ ਪੜ੍ਹ ਲਓ, ਬੜੇ ਵਾਅਦੇ ਕੀਤੇ ਸੀ। ਨਾ ਤਾਂ ਵਾਅਦੇ 10 ਸਾਲਾਂ 'ਚ ਤੁਸੀਂ ਪੂਰੇ ਕੀਤੇ, ਨਾ ਆ 4.5 ਸਾਲਾਂ ਦੇ ਵਿੱਚ ਇਸ ਵਕਤ ਕਾਂਗਰਸ ਦੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜੋ ਕੁਝ ਉਹਨਾਂ ਨੇ ਕਿਹਾ ਸੀ ਪੂਰਾ ਕੁਝ ਉਹਨਾਂ ਨੇ ਵੀ ਨਹੀਂ ਕੀਤਾ। ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਚੋਣਾਂ ਨੇੜੇ ਨੇ, ਇਸ ਵਕਤ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਨਾਲ ਇਹ ਵੀ ਸੋਚਣਾ ਸਮਝਣਾ ਚਾਹੀਦਾ ਕਿ ਕੀ ਨੌਕਰੀ ਲੈਣ ਵਾਸਤੇ ਵੀ ਸਾਨੂੰ ਰੋਡ ਤੇ, ਬਿਜਲੀ ਲੈਣ ਵਾਸਤੇ ਵੀ ਸਾਨੂੰ ਰੋਡ ਤੇ ਆ ਜੇਕਰ ਗੰਨੇ ਦਾ ਭਾਅ ਲੈਣਾ ਤਾਂ ਵੀ ਸਾਨੂੰ ਰੋਡ ਦੇ ਉੱਤੇ ਧਰਨੇ ਮੁਜ਼ਾਹਰੇ ਕਰਨੇ ਪੈਣਗੇ। ਫਿਰ ਸਰਕਾਰਾਂ ਕਾਹਦੇ ਵਾਸਤੇ? ਅਗਲੀ ਜਿਹੜੀ ਖਬਰ ਹੈ ਇਹ ਵੀ ਕਿਸਾਨੀ ਸੰਘਰਸ਼ ਦੇ ਵਿੱਚੋਂ ਨਿਕਲੀ ਖਬਰ ਹੈ। ਦਿੱਲੀ ਦੇ ਵਿੱਚ ਸਿੰਘੂ ਸਰਹੱਦ ਤੇ ਜਾਣਕਾਰੀ ਦਿੱਤੀ ਗਈ ਹੈ ਕਿ 22 ਤੋਂ ਲੈ ਕੇ 26 ਸਤੰਬਰ ਦੇ ਵਿੱਚ ਵੱਡੀ ਇੱਕ ਕਬੱਡੀ ਲੀਗ ਕਰਵਾਈ ਜਾਏਗੀ ਤੇ ਕਬੱਡੀ ਲੀਗ ਦਾ 5 ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ ਜਾਏਗਾ ਤੇ ਇਹ ਇਨਾਮ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿੰਦੇ ਗਾਖਲ ਭਰਾ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵੱਲੋਂ ਦਿੱਤਾ ਜਾਏਗਾ। ਅਸਲ ਦੇ ਵਿੱਚ ਜਿਹੜੀ ਇਹ ਜਾਣਕਾਰੀ ਹੈ ਕਿ ਵੱਡੀ ਕਬੱਡੀ ਲੀਗ ਹੋਣ ਜਾ ਰਹੀ ਹੈ, ਉੱਘੇ ਖੇਡ ਪ੍ਰਮੋਟਰ ਨੇ, ਉੱਘੇ ਸਮਾਜ ਸੇਵੀ ਨੇ ਸਾਧੂ ਸਿੰਘ ਖਲੌਰ ਹੋਰਾਂ ਨੇ ਦਿੱਤੀ ਹੈ। ਖਲੌਰ ਹੋਰਾਂ ਨੇ ਦੱਸਿਆ ਕਿ ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਗਾਖਲ ਭਰਾਵਾਂ ਦੇ ਫੈਸਲੇ ਤੋਂ ਅਸੀਂ ਜਾਣੂ ਕਰਵਾ ਦਿੱਤਾ ਹੈ। ਖਲੌਰ ਨੇ ਇਹ ਵੀ ਦੱਸਿਆ ਕਿ ਗਾਖਲ ਭਰਾਵਾਂ ਦੇ ਵੱਲੋਂ ਸਿਰਫ ਇਹ ਕਬੱਡੀ ਲੀਗ ਹੀ ਨਹੀਂ ਕਰਵਾਈ ਜਾਣੀ, ਜਿਹੜਾ ਇਹ ਕਿਸਾਨੀ ਮਹਾਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਲਗਾਤਾਰ ਵੱਡੀ ਮਾਤਰਾ ਦੇ ਵਿੱਚ ਲੰਗਰਾਂ ਲਈ ਸਮੱਗਰੀ ਵੀ ਭੇਜੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਉਹ ਸਿੰਘੂ ਸਰਹੱਦ ਦੇ ਲੰਗਰਾਂ ਤੇ 1 ਲੱਖ ਦੇ ਕਰੀਬ ਰਾਸ਼ੀ ਦੀ 1000 ਤੋਂ ਵੱਧ ਪਾਣੀ ਦੀਆਂ ਪੇਟੀਆਂ ਵੰਡ ਚੁੱਕੇ ਨੇ ਅਤੇ ਲਗਾਤਾਰ ਆਪਣਾ ਹਾਲੇ ਵੀ ਯੋਗਦਾਨ ਪਾ ਰਹੇ ਨੇ। ਤੇ ਹੁਣ ਇੱਕ ਕਤਲ ਹੋਇਆ ਸੀ ਜਲੰਧਰ ਤੇ ਉਸ ਕਤਲ ਕਾਂਡ ਦਾ ਵੱਡਾ ਖੁਲਾਸਾ ਹੋਇਆ ਹੈ। ਜਲੰਧਰ ਦੇ ਦਰਅਸਲ ਮਸ਼ਹੂਰ ਸੁਖਮੀਤ ਡਿਪਟੀ ਕਤਲਕਾਂਡ ਦੇ ਵਿੱਚ ਜਲੰਧਰ ਪੁਲਿਸ ਨੇ ਕਹਿੰਦੇ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰਾਂ ਨੇ ਕੁਝ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਕਿ ਡਿਪਟੀ ਕਤਲਕਾਂਡ ਦੀ ਸਾਜ਼ਿਸ਼ ਪੰਜਾਬ 'ਚ ਨਹੀਂ, ਸਗੋਂ ਅਰਮੀਨੀਆ ਦੇ ਵਿੱਚ ਬੈਠੇ ਇੱਕ ਖਤਰਨਾਕ ਗੈਂਗਸਟਰ ਗੌਰਵ ਪਟਿਆਲ, ਜਿਨ੍ਹਾਂ ਨੂੰ ਲੱਕੀ ਵੀ ਕਹਿੰਦੇ ਆ, ਉਹ ਕਹਿੰਦੇ ਲੱਕੀ ਨੇ ਘੜੀ ਸੀ ਰਚੀ ਸੀ। ਗੌਰਵ ਪਟਿਆਲ ਦੁਆਰਾ ਡਿਪਟੀ ਦੇ ਕਤਲ ਲਈ ਗੜਗਾਉਂ ਅਤੇ ਜਲੰਧਰ ਦੇ ਇੱਕ ਸ਼ੂਟਰ ਨੂੰ ਸੁਪਾਰੀ ਦਿੱਤੀ ਗਈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਤਲਕਾਂਡ ਦੇ ਵਿੱਚ ਗੌਰਵ ਪਟਿਆਲ, ਜਲੰਧਰ ਦੇ ਪੁਨੀਤ ਅਤੇ ਗੁੜਗਾਉਂ ਦੇ ਗੈਂਗਸਟਰ ਵਿਕਾਸ ਮਾਲੇ ਅਤੇ ਹੋਰ ਪੰਜਾਬੀ ਨੌਜਵਾਨਾਂ ਨੂੰ ਨਾਮਜ਼ਦ ਕਰ ਲਿਆ ਗਿਆ। ਕਤਲਕਾਂਡ ਦਾ ਕਾਰਨ ਦਰਅਸਲ ਕੀ ਰਿਹਾ, ਉਹ ਕਹਿੰਦੇ ਇਹਦੇ ਬਾਬਤ ਹਾਲੇ ਸਾਨੂੰ ਪੂਰੀ ਸਪਸ਼ਟ ਤੌਰ ਤੇ ਜਾਣਕਾਰੀ ਨਹੀਂ ਮਿਲ ਸਕੀ ਕਿ ਅਰਮੀਨੀਆ ਦੇ ਵਿੱਚ ਬੈਠੇ ਲੱਕੀ ਨੇ ਡਿਪਟੀ ਦੇ ਕਤਲ ਦੀ ਸਾਜ਼ਿਸ਼ ਕਿਉਂ ਘੜੀ। ਪਰ ਗੁਰਪ੍ਰੀਤ ਸਿੰਘ ਭੁੱਲਰ ਹੋਰਾਂ ਨੇ ਇਹ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕਤਲਕਾਂਡ ਦੇ ਅਸਲ ਕਾਰਨ ਜ਼ਰੂਰ ਸਾਹਮਣੇ ਆਉਣਗੇ।
ਹੁਣ ਗ੍ਰਿਫਤਾਰੀ ਇਹਨਾਂ ਦੀ ਹੋ ਗਈ ਹੈ। ਗ੍ਰਿਫਤਾਰੀ ਤੋਂ ਬਾਅਦ ਕਤਲकांड ਦਾ ਕਾਰਨ ਅਤੇ ਇਸ ਵਾਰਦਾਤ ਦੇ ਵਿੱਚ ਕੀ ਲੋਕਲ ਲਿੰਕ ਵੀ ਸੀ, ਕੁਝ ਹੋਰ ਲੋਕ ਵੀ ਇਨਵੋਲਵ ਸਨ, ਉਹਨਾਂ ਦੇ ਵੀ ਖੁਲਾਸੇ ਹੋਣਗੇ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਬੀਤੇ ਮਹੀਨੇ ਸਾਬਕਾ ਕਾਉਂਸਲਰ ਅਤੇ ਮਿੱਕੀ ਅਗਵਾਕਾਂਡ ਦੇ ਮੁੱਖ ਦੋਸ਼ੀ ਰਹੇ ਸੁਖਮੀਤ ਡਿਪਟੀ ਦਾ ਗੋਪਾਲ ਨਗਰ ਇਲਾਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕਤਲ ਦਿਨ ਦਿਹਾੜੇ ਕੀਤਾ ਗਿਆ ਸੀ, ਸਨਸਨੀਖੇਜ਼ ਢੰਗ ਨਾਲ ਕੀਤਾ ਗਿਆ ਸੀ। ਕਤਲ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਕਤਲकांड ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਉਹਨਾਂ ਦੀ ਟੀਮ ਕਹਿੰਦੇ ਦਿਨ ਰਾਤ ਇੱਕ ਕਰ ਰਹੀ ਸੀ ਤੇ ਇਸ ਕਤਲकांड ਨੂੰ ਸੁਲਝਾਉਣ ਦੇ ਵਿੱਚ ਮਿਹਨਤ ਕਰ ਰਹੀ ਸੀ ਅਤੇ ਬੇਹੱਦ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਢੰਗ ਦੇ ਨਾਲ ਜਾਂਚ ਪੜਤਾਲ ਕੀਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਪੂਰਥਲਾ, ਗੁੜਗਾਉਂ ਜੇਲ੍ਹ ਤੋਂ ਕਈ ਅਪਰਾਧੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ, ਜਿਹਦੇ ਵਿੱਚ ਆ ਪੁੱਛਗਿੱਛ ਤੋਂ ਬਾਅਦ ਖੁਲਾਸੇ ਹੋਏ ਨੇ ਕਿ ਦਰਅਸਲ ਡਿਪਟੀ ਦੇ ਕਤਲकांड ਦੀ ਜਿਹੜੀ ਅਸਲ ਦੇ ਵਿੱਚ ਸਾਜ਼ਿਸ਼ ਘੜੀ ਗਈ ਉਹ ਅਰਮੀਨੀਆ ਦੇ ਵਿੱਚ ਬੈਠੇ ਲੱਕੀ ਦੇ ਵੱਲੋਂ ਘੜੀ ਗਈ ਸੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਅੱਜ ਦਾ ਆਪਣਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।